संघर्ष कमेटी जिंदाबाद, किसान मजदूर संघर्ष कमेटी जिंदाबाद, साडे हक मोदी सरकार मुर्दाबाद, मोदी सरकार मुर्दाबाद। बड़ियां सरकारां दे अगे भी विਉਂਤਬੰਦੀ बनाई और ये धरने नूं फेल करने वास्ते भी सरकार ने अपनी सियासत विच रसी और अंदोलन नूं चाहुंदी कि खराब करे और सरकार ने कीता भी। ये धरना इदां नहीं चुक्या जाना। जे प्रशासन लाठी चार्ज भी करदा ते असीं तां भी शांतमई तरीके दे नाल बैठे उत्थे धरना देवांगे और प्रशासन की भेट चढ़ना पऊगा ते असीं तां भी चढ़ जावांगे। पर कोई इहो जिहा किसानां वल्लों कोई नहीं होएगा कि जिहड़ा मान लो अगों कोई अनखुंदी हरकत होवे। ਸਾਂਝਾ ਮੁੱਦਾ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ। 129 ਦਿਨ ਪੰਜਾਬ ਦੀ ਧਰਤੀ ਤੇ ਇਸ ਵੇਲੇ ਆਪਾਂ ਖੜੇ ਆ ਗੁਰੂ ਕਾ ਜੰਡਿਆਲਾ, ਜਿੱਥੇ ਇਹ ਕਿਸਾਨ ਵੀਰ ਜਿਹੜੇ ਹੈਗੇ ਲਗਾਤਾਰ ਧਰਨਾ ਦੇ ਰਹੇ ਨੇ। ਭਾਵੇਂ ਕਿ ਦਿੱਲੀ ਵਿਖੇ ਵੀ ਆਪਣੇ ਕਿਸਾਨ ਮੋਰਚੇ ਜਿਹੜੇ ਹੈਗੇ ਡਟੇ ਹੋਏ ਆ, 2 ਮਹੀਨੇ ਤੋਂ ਉੱਪਰ ਉਹਨਾਂ ਨੂੰ ਹੋ ਚੱਲਿਆ। ਗੱਲਬਾਤ ਕਰਾਂਗੇ ਇਹਨਾਂ ਦੇ ਨਾਲ। ਅੱਛਾ ਭਾਜੀ, ਤੁਸੀਂ ਦੱਸੋ ਵੀ ਜਿਹੜਾ ਇਹ 26 ਦਾ ਸਾਕਾ ਬੀਤਿਆ ਆ, ਉਹਦੇ ਵਿੱਚ ਆਪਣੀ ਪੰਜਾਬ ਦੀ ਨੌਜਵਾਨੀ ਜਿਹੜੀ ਹੈਗੀ ਬਹੁਤ ਬਦਨਾਮ ਹੋਈ ਹੈ, ਕੀ ਕਹੋਗੇ ਇਹਦੇ ਬਾਰੇ? ਦੇਖੋ ਵੀਰ ਜੀ, ਸਾਡੀ ਜਿਹੜੀ ਪੰਜਾਬ ਦੀ ਨੌਜਵਾਨੀ ਆ ਉਹ ਤਾਂ ਇਹ ਜਾਣਬੁੱਝ ਕੇ ਸਰਕਾਰਾਂ ਦੀ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਅਧੀਨ ਇਹ ਪ੍ਰਚਾਰ ਕੀਤਾ ਗਿਆ ਵਾ ਸਾਡੀ ਨੌਜਵਾਨੀ ਨੂੰ ਭੰਡਣ ਦਾ। ਪਰ ਕਿਤੇ ਨਾ ਕਿਤੇ ਇਹ ਜੋ ਸਾਰੀ ਪਲੈਨਿੰਗ ਸੀ, ਸਰਕਾਰ ਦੁਆਰਾ ਬਣਾਈ ਗਈ ਪਲੈਨਿੰਗ ਸੀਗੀ, ਉਹਦੇ ਵਿੱਚ ਇਹਨਾਂ ਕੀ ਕੀਤਾ ਕਿ ਜਦੋਂ ਸਾਡੇ ਕਿਸਾਨ ਜਥੇਬੰਦੀਆਂ ਆਪਣੇ ਜਥਿਆਂ ਨੂੰ ਲੈ ਕੇ ਦਿੱਲੀ ਵੱਲ ਨੂੰ ਇਹਨਾਂ ਕੂਚ ਕੀਤਾ ਔਰ ਉਹਦੇ ਵਿੱਚ ਆਪਾਂ ਇਹ ਕਹਿ ਲਈਏ ਕਿ RS ਦੇ ਜਿਹੜੇ ਬੰਦੇ ਹੋ ਸਕਦਾ ਉਹ ਪਗੜੀਧਾਰੀ ਵੀ ਹੋਣ ਔਰ ਉਹਨਾਂ ਸਿਰਾਂ ਦੇ ਪੱਗਾਂ ਹੋਣ ਸਾਡੇ ਅੰਦੋਲਨ ਨੂੰ ਫੇਲ ਕਰਨ ਵਾਸਤੇ। ਔਰ ਇਸੇ ਤਰ੍ਹਾਂ ਹੀ ਹੋਇਆ। ਉਹਨਾਂ ਨੇ ਆਪਣੇ ਬੰਦੇ ਜਿਹੜੇ ਅੱਗੇ ਲਾ ਕੇ ਸਿੱਖਾਂ ਦੇ ਭੇਜ ਦੇ ਵਿੱਚ ਉਹ ਜਥੇ ਦੇ ਅੱਗੇ ਤੋਰ ਦਿੱਤੇ ਆ ਔਰ ਉਹ ਜਿੱਧਰ ਨੂੰ ਜਾਂਦੇ ਗਏ ਆ, ਸਰਕਾਰ ਜਿਹੜੀ ਆ ਜਾਂ ਏਜੰਸੀਆਂ ਉਹਨਾਂ ਨੂੰ ਰਸਤਾ ਦਿੰਦੇ ਗਈਆਂ ਔਰ ਉਹਨਾਂ ਨੇ ਜਿਹੜਾ ਮਕਸਦ ਸਾਡਾ ਬਣਾਇਆ ਸੀ ਕਿ ਇਸ ਅੰਦੋਲਨ ਨੂੰ ਫੇਲ ਕਰਨਾ, ਔਰ ਉਹ ਇਸੇ ਮਕਸਦ ਦੇ ਤਹਿਤ ਹੀ ਆ ਜੋ ਲਾਲ ਕਿਲ੍ਹੇ ਵੱਲ ਸਾਡੀ ਨੌਜਵਾਨੀ ਨੂੰ ਲੈ ਗਏ ਉਕਸਾ ਕੇ ਔਰ ਉੱਥੇ ਜਾ ਕੇ ਜੋ ਵੀ ਉਹਨਾਂ ਨੇ ਉਹ ਕਾਰਾ ਕੀਤਾ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਕਿਸ ਤਰ੍ਹਾਂ ਇੱਕ ਸਾਡੇ ਧਰਮ ਦਾ ਝੰਡਾ ਉੱਥੇ ਚਲਾ ਕੇ ਔਰ ਸਾਡੇ ਜਿਹੜਾ ਕਿਸਾਨ ਦਾ ਅੰਦੋਲਨ ਵਾ ਉਹਨੂੰ ਬਦਨਾਮ ਕਰਨ ਦੀ ਬੜੀ ਵੱਡੀ ਸਾਜ਼ਿਸ਼ ਜਿਹੜੀ ਉਹਨਾਂ ਰਚੀ ਆ। ਔਰ ਇਹ ਸਾਜ਼ਿਸ਼ ਜਿਹੜੀ ਆ ਉਹਨਾਂ ਦੀ ਸਫਲ ਨਹੀਂ ਹੋਈ, ਕਿਉਂਕਿ ਸਾਡੀਆਂ ਜਿਹੜੀਆਂ ਕਿਸਾਨ ਜਥੇਬੰਦੀਆਂ ਲਾ ਲਓ ਜਾਂ ਜਿਹੜੇ ਹੋਰ ਕੋਈ ਵਿੱਚ ਚੰਗੇ ਬੰਦੇ ਜਿਹੜੇ ਸਾਡੇ ਅੰਦੋਲਨ ਦੇ ਵਿੱਚ ਸੀਗੇ, ਉਹਨਾਂ ਨੇ ਇਹ ਸਾਰੇ ਚੀਜ਼ ਨੂੰ ਦੇਖ ਕੇ ਔਰ ਬੜੇ ਵਧੀਆ ਤਰੀਕੇ ਨਾਲ ਸਾਡੀ ਨੌਜਵਾਨੀ ਜਿਹੜੀ ਪੀੜ੍ਹੀ ਆ ਉਹਨੂੰ ਸਮਝਾ ਲਿਆ ਔਰ ਉਹਨੂੰ ਸਿੱਧੇ ਰਸਤੇ 'ਤੇ ਪਾ ਲਿਆ ਔਰ ਆਪੋ ਆਪਣੇ ਜਥਿਆਂ ਨੂੰ ਲੈ ਕੇ ਫਿਰ ਉਹ ਆਪਣੀ ਜਗ੍ਹਾ 'ਤੇ ਆ ਗਏ। ਅੰਦੋਲਨ ਸਿਰਫ ਮਤਲਬ ਖਰਾਬ ਹੀ ਨਹੀਂ ਹੋਇਆ, ਬਦਨਾਮ ਵੀ ਹੋਇਆ, ਸਗੋਂ ਉਹਨੂੰ ਢਾਹ ਵੀ ਵੱਜੀ। ਕੱਲ੍ਹ ਦੀ ਜੇ ਆਪਾਂ ਗੱਲ ਕਰੀਏ ਤਾਂ ਕਿਤੇ ਨਾ ਕਿਤੇ ਪੰਜਾਬ ਦੇ ਵਿੱਚ ਨਮੋਸ਼ੀ ਸੀਗੀ ਵੀ ਇਹ ਅੰਦੋਲਨ ਹੁਣ ਬਿਲਕੁਲ ਖਤਮ ਹੋਣ ਦੇ ਕਗਾਰ 'ਤੇ ਆ ਗਿਆ। ਸ਼ਾਮ ਤੱਕ ਤਾਂ ਬਿਲਕੁਲ ਇਹੀ ਲੱਗ ਰਿਹਾ ਸੀਗਾ, ਕਿਉਂਕਿ ਜਿਸ ਹਿਸਾਬ ਨਾਲ ਉੱਧਰੋਂ ਜਥੇਬੰਦੀਆਂ ਤੁਰਨੀਆਂ ਸ਼ੁਰੂ ਹੋ ਗਈਆਂ ਸੀਗੀਆਂ, ਜਾਂ ਆਪਾਂ ਕਹੀਏ ਕਿਸਾਨ ਵੀਰ ਉੱਧਰੋਂ ਪ੍ਰਲੈਨ ਕਰਨੇ ਸ਼ੁਰੂ ਹੋ ਗਏ ਸੀਗੇ, ਵਾਪਸ ਆਉਣੇ ਸ਼ੁਰੂ ਹੋ ਗਏ ਸੀਗੇ। ਕੱਲ੍ਹ ਦੀ ਡੇਟ ਦੇ ਵਿੱਚ ਇਹ ਲੱਗ ਰਿਹਾ ਸੀਗਾ ਵੀ ਹੁਣ ਇਹ ਧਰਨਾ ਜਿਹੜਾ ਹੈਗਾ ਜ਼ਿਆਦਾ ਲੰਬਾ ਨਹੀਂ ਖਿੱਚਿਆ ਜਾਊਗਾ, ਇੱਕ ਅੱਧੇ ਦਿਨ ਦਾ ਰਹਿ ਗਿਆ। ਪਰ ਫਿਰ ਵੀ ਰਾਤ ਨੂੰ ਇੱਕਦਮ ਜਿਹੜੀ ਮੂਵਮੈਂਟ ਚੇਂਜ ਹੋਈ ਆ। ਆਪਾਂ ਗੱਲ ਕਰੀਏ ਟਕੈਤ ਸਾਹਿਬ ਦੀ, ਜਿਹੜੀ ਉਹਨਾਂ ਨੇ ਇੱਕ ਮੁਹਿੰਮ ਨੂੰ ਸਾਂਭ ਲਿਆ, ਉਹਦੇ ਬਾਰੇ ਤੁਸੀਂ ਕੀ ਕਹੋਗੇ? ਦੇਖੋ ਜੀ, ਇੱਕ ਤਾਂ ਪਹਿਲੀ ਗੱਲ ਤਾਂ ਇਹ ਆ ਵੀ ਜਿਹੜੀ ਤੁਸੀਂ ਇਹ ਗੱਲ ਕਰ ਰਹੇ ਆ ਕਿ ਉੱਥੋਂ ਜਦੋਂ ਇਹ ਮਤਲਬ ਇਹ ਥੋੜ੍ਹਾ ਜਿਹਾ ਉੱਥੇ ਝਗੜਾ ਜਿਹਾ ਹੋਇਆ, ਉਹਦੀ ਵਜ੍ਹਾ ਕਰਕੇ ਜਿਹੜੇ ਕੁਝ ਲੋਕ ਵਾਪਸ ਆਏ ਆ। ਇਸ ਵਜ੍ਹਾ ਕਰਕੇ ਲੋਕ ਵਾਪਸ ਨਹੀਂ ਉੱਥੋਂ ਆਏ, ਉਹ ਕਿਉਂਕਿ ਕੁਝ ਲੋਕ ਜਿਹੜੇ ਸਿਰਫ ਤੇ ਸਿਰਫ 26 ਤਰੀਕ ਵਾਸਤੇ ਉੱਥੇ ਗਏ ਸੀਗੇ ਵੀ ਆਪਾਂ 26 ਤਰੀਕ ਨੂੰ ਜਾ ਕੇ ਜਿਹੜਾ ਕਿ ਗਾਂ ਦਿੱਲੀ ਨੂੰ ਕੂਚ ਕਰਨਾ, ਉਹਦੇ ਵਾਸਤੇ ਉਹ ਲੋਕ ਗਏ ਸੀਗੇ। ਪਰ ਉਹ ਲੋਕ ਜਿਹੜੇ ਆ ਉਹੀ ਲੋਕ ਜਿਹੜੇ ਗਏ ਸੀ ਉਸ ਦਿਨ, ਉਹ ਵਾਪਸ ਕੁਝ ਆਏ ਲੋਕ। ਉਸ ਤੋਂ ਇਲਾਵਾ ਜਿਹੜੇ ਬਾਕੀ ਜਥੇਬੰਦੀ ਲੋਕ ਜਿਹੜੇ ਬੈਠੇ ਸੀਗੇ ਉੱਥੇ, ਉਹ ਉਸੇ ਤਰ੍ਹਾਂ ਉੱਥੇ ਵਰਕ ਕਰ ਰਹੇ ਅਜੇ ਵੀ। ਔਰ ਜਿਹੜੀ ਗੱਲ ਤੁਸੀਂ ਟਕੈਤ ਸਾਹਿਬ ਦੀ ਕੀਤੀ ਆ, ਉਹ ਬੜੀ ਵਧੀਆ ਗੱਲ ਗਈ ਆ, ਕਿਉਂਕਿ ਉਹਨਾਂ ਨੇ ਬੜੇ ਤਰੀਕੇ ਦੇ ਨਾਲ ਮੌਕੇ ਨੂੰ ਸੰਭਾਲਿਆ ਔਰ ਉਹਨਾਂ ਨੇ ਜਿਹੜੀ ਅਪੀਲ ਲੋਕਾਂ ਨੂੰ ਕੀਤੀ ਆ ਔਰ ਕਿਸਾਨ ਜਥੇਬੰਦੀਆਂ ਨੂੰ ਉਹਨਾਂ ਨੇ ਅਪੀਲ ਕੀਤੀ ਆ, ਉਸ ਅਪੀਲ ਦਾ ਬਹੁਤ ਜ਼ਿਆਦਾ ਬੈਨੀਫਿਟ ਜਿਹੜਾ ਅੰਦੋਲਨ ਨੂੰ ਹੋਇਆ ਔਰ ਉਹਨਾਂ ਦੀ ਇੱਕ ਅਪੀਲ 'ਤੇ ਹਜ਼ਾਰਾਂ ਕੀ ਲੱਖਾਂ ਦੇ ਹਿਸਾਬ ਦੇ ਨਾਲ ਜਿਹੜੇ ਨੌਜਵਾਨ ਕਿਸਾਨ ਜਿਹੜੇ ਆ ਉੱਥੇ ਦਿੱਲੀ ਦੇ ਪਹੁੰਚੇ ਬਾਰਡਰਾਂ 'ਤੇ ਔਰ ਸਾਡੇ ਅੰਦੋਲਨ ਦੇ ਵਿੱਚ ਫਿਰ ਦੁਬਾਰਾ ਜਾਣ ਪੈ ਗਈ। ਇਹਦੇ ਵਿੱਚ ਆਪਣੇ ਜਿਹੜੇ ਆਗੂ ਹੈਗੇ ਆ ਉਹਨਾਂ ਦਾ ਰੋਲ ਕਿਤੇ ਨਾ ਕਿਤੇ ਵੀ ਮਤਲਬ ਨਜ਼ਰ ਨਹੀਂ ਆ ਰਿਹਾ। ਜੇ ਆਪਾਂ ਸਿਰਫ ਕੱਲ੍ਹ ਦੀ ਗੱਲ ਕਰੀਏ, ਸਿਰਫ ਇੱਕ ਟਕੈਤ ਜੀ ਅੱਜ ਦੇ ਹੀਰੋ ਬਣੇ ਨੇ, ਉਹਨਾਂ ਵੱਲੋਂ ਇਹ ਸੰਘਰਸ਼ ਸਾਂਭਿਆ ਗਿਆ। ਆਪਣੇ ਜਿਹੜੇ ਇੰਨੇ ਜਥੇਦਾਰ ਅੱਗੇ ਲੱਗੇ ਹੋਏ ਸੀ, ਉਹਨਾਂ ਵੱਲੋਂ ਕੋਈ ਬਿਆਨ ਕਿਉਂ ਨਹੀਂ ਆਇਆ? ਦੇਖੋ ਜੀ, ਸਾਡੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਕੱਲ੍ਹ ਵੀ ਕਾਨਫਰੰਸ ਹੋਈ ਆ। ਸਰਦਾਰ ਸਾਡੇ ਪ੍ਰਧਾਨ ਸਾਹਿਬ ਸਰਦਾਰ ਸਤਨਾਮ ਸਿੰਘ ਪੰਨੂ ਔਰ ਸਰਵਨ ਸਿੰਘ ਪੰਧੇਰ ਜੀ ਵੱਲੋਂ ਵੀ ਪ੍ਰੈਸ ਕਾਨਫਰੰਸ ਹੋਈ ਆ ਔਰ ਉਹਨਾਂ ਨੇ ਬੜੇ ਵਧੀਆ ਤਰੀਕੇ ਨਾਲ ਦੱਸਿਆ ਕਿ ਜਦੋਂ ਨੌਜਵਾਨੀ ਜਿਹੜੀ ਆ ਉਹ ਸਵੇਰ ਦੇ ਸਮੇਂ ਉੱਥੇ ਆ ਗਈ ਆ ਬਾਰਡਰ 'ਤੇ, ਉਹ ਫਿਰ ਕਹਿੰਦਾ ਅਸੀਂ ਇਹੀ ਵਿਚਾਰ ਕੀਤਾ ਕਿ ਜੇ ਨੌਜਵਾਨੀ ਇਕੱਲੀ ਉੱਧਰ ਨੂੰ ਚੱਲ ਗਈ ਦਿੱਲੀ ਵੱਲ ਨੂੰ
ਤੇ ਨੌਜਵਾਨੀ 'ਚ ਜੋਸ਼ ਬੜਾ ਹੋ ਸਕਦਾ ਕੋਈ ਨੁਕਸਾਨ ਨਾ ਉੱਥੇ ਹੋ ਜੇ, ਇਸ ਕਰਕੇ ਉਹਨਾਂ ਨੂੰ ਜਥੇਬੰਦੀ ਦੇ ਨਾਲ ਜਾਣਾ ਪਿਆ ਔਰ ਜਥੇਬੰਦੀ ਜਿਹੜੀ ਆ ਉਹ ਨਾਲ ਗਈ ਉਹਨਾਂ ਨੌਜਵਾਨਾਂ ਦੇ। ਔਰ ਜਿਹੜਾ ਰੂਟ ਉਹਨਾਂ ਨੂੰ ਲਿਆ ਸੀਗਾ ਉਹ ਆਪਣੇ ਰੂਟ ਤੋਂ ਆਪਣੀ ਜਿਹੜੀ ਆ ਅੰਦੋਲਨ ਨੂੰ ਲੈ ਕੇ ਉਸੇ ਤਰ੍ਹਾਂ ਜਿਹੜੇ ਵਾਪਸ ਵੀ ਆਪਣੀ ਜਗ੍ਹਾ ਤੇ ਆ ਗਏ। ਹੁਣ ਕੀ ਲੱਗਦਾ ਆਉਣ ਵਾਲੇ ਸਮੇਂ ਦੇ ਵਿੱਚ ਮਤਲਬ ਹੁਣ ਚਲੋ ਵਾਪਸ ਦਰੁਸਤ ਹੋ ਗਏ ਨੇ, ਉੱਥੇ ਟਿਕ ਗਏ ਨੇ, ਜਥੇਬੰਦੀ ਜਿਹੜੀ ਹੈਗੀ ਟਿਕੀ ਆ ਔਰ ਕਿਸਾਨੀ ਧਰਨਾ ਜਿਹੜਾ ਹੈਗਾ ਉਵੇਂ ਹੀ ਚੱਲ ਰਿਹਾ ਆ। ਆਉਣ ਵਾਲੇ ਸਮੇਂ ਦੇ ਵਿੱਚ ਕੀ ਯੂਥ ਨੂੰ ਦੁਬਾਰਾ ਕਾਲ ਦਿੱਤੀ ਜਾ ਸਕਦੀ ਹੈ ਉੱਥੇ? ਹਾਂਜੀ ਬਿਲਕੁਲ ਜੀ, ਸਾਡੀ ਜਥੇਬੰਦੀ ਨੇ ਸਾਨੂੰ ਕਾਲ ਦਿੱਤੀ ਆ ਔਰ ਕੁਝ ਸਾਡੇ ਜਥੇ ਜਿਹੜੇ ਆ ਉਹ 5 ਤਰੀਕ ਨੂੰ ਵੀ ਜਾ ਰਹੇ ਆ ਔਰ ਸਾਨੂੰ ਕਾਲ ਦਿੱਤੀ ਗਈ ਕਿ ਹੋ ਸਕਦਾ ਤੁਸੀਂ ਬਿਲਕੁਲ ਤਿਆਰੀ 'ਚ ਰਹਿਣਾ। ਪਿੰਡਾਂ ਦੇ ਵਿੱਚ ਥਾਂ ਥਾਂ 'ਤੇ ਜਾ ਕੇ ਤੁਸੀਂ ਗੁਰਦੁਆਰਾ ਜਾਂ ਕੋਈ ਵੀ ਜਿਹੜੀ ਧਾਰਮਿਕ ਜਗ੍ਹਾ ਉੱਥੋਂ ਅਨਾਉਂਸਮੈਂਟ ਕਰੋ ਔਰ ਲੋਕਾਂ ਨੂੰ, ਕਿਸਾਨਾਂ ਨੂੰ ਖਾਸ ਕਰਕੇ ਤਿਆਰ ਕਰੋ ਕਿ ਤੁਸੀਂ ਵੱਧ ਤੋਂ ਵੱਧ ਆਪਣੇ ਜਥੇ ਬਣਵਾ ਕੇ, ਭਾਵੇਂ ਉਹ ਗੱਡੀਆਂ ਹੋਣ, ਟਰੈਕਟਰ ਟਰਾਲੀਆਂ ਹੋਣ, ਕਾਰਾਂ ਹੋਣ, ਔਰ ਦਿੱਲੀ ਦੇ ਵੱਲ ਵਹੀਰਾਂ ਘੱਤੋ। ਮੇਰਾ ਸਵਾਲ ਹੈ ਕਿ ਯੂਥ ਅੱਗੇ ਜਾ ਪਾਊਗਾ? ਕੀ ਹੁਣ ਯੂਥ ਤੇ ਇੰਨਾ ਭਰੋਸਾ ਕਰ ਪਾਉਣਗੇ? ਕਿਉਂਕਿ ਜਿਸ ਤਰ੍ਹਾਂ ਦਾ ਖਰਾਬਾ ਹੋਇਆ ਸੀਗਾ, ਮੈਨੂੰ ਨਹੀਂ ਲੱਗਦਾ ਵੀ ਉੱਥੇ ਦੁਬਾਰਾ ਯੂਥ ਨੂੰ ਕਾਲ ਕੀਤਾ ਜਾਊਗਾ। ਨਹੀਂ, ਬਿਲਕੁਲ ਇਹ ਗੱਲ ਨਹੀਂ ਹੈਗੀ ਭਾਜੀ। ਯੂਥ ਜਾਏਗਾ ਔਰ ਯੂਥ, ਸਿਆਣਾ ਯੂਥ ਜਿਹੜਾ ਜਥੇਬੰਦੀ ਨਾਲ ਜੁੜਿਆ ਯੂਥ ਆ, ਉਹ ਬਿਲਕੁਲ ਉੱਥੇ ਜਾਵੇਗਾ ਔਰ ਜਾ ਕੇ ਜਿੱਥੇ ਜਿੱਥੇ ਡਿਊਟੀਆਂ ਜਥੇਬੰਦੀ ਉਹਨਾਂ ਦੀ ਲਾਉਣਗੀਆਂ ਔਰ ਆਪਣੀ ਡਿਊਟੀ ਨੂੰ ਤਨਦੇਹੀ ਦੇ ਨਾਲ ਨਿਭਾਵੇਗਾ। ਯੂਥ ਬਿਲਕੁਲ ਤਿਆਰ ਹੈ, ਰੈਡੀ ਹੈ ਯੂਥ ਜਾਣ ਨੂੰ ਔਰ ਬਹੁਤ ਜਲਦੀ ਜਦੋਂ ਜਥੇਬੰਦੀ ਨੂੰ ਕਾਲ ਆ ਗਈ ਉਦੋਂ ਯੂਥ ਬਿਲਕੁਲ ਤਿਆਰ ਆ ਬਿਲਕੁਲ ਜਾਣ ਨੂੰ ਜੀ। ਅੱਛਾ, ਜਿਹੜਾ ਅੱਜ ਦਾ ਆਰਡਰ ਹੈਗਾ ਹੋਮ ਮਿਨਿਸਟਰੀ ਵੱਲੋਂ ਪੁਲਿਸ ਨੂੰ ਤਾਕੀਦ ਕੀਤੀ ਗਈ ਹੈ ਵੀ ਸ਼ਾਮ ਦੇ 7 ਵਜੇ ਤੱਕ ਜਿਹੜਾ ਹੈਗਾ ਇਹ ਧਰਨਾ ਮੁਕੰਮਲ ਚੁੱਕ ਦੇਣਾ ਚਾਹੀਦਾ ਆ, ਇਹ ਤੇ ਤੁਹਾਡਾ ਕੀ ਕਹਿਣਾ ਹੈ? ਦੇਖੋ ਜੀ, ਇਹ ਸਰਕਾਰਾਂ ਦੀ ਹਰੇਕ ਦੀ ਚਾਲ ਹੁੰਦੀ ਆ। ਹੋਮ ਮਿਨਿਸਟਰੀ ਦੀ ਪੁਲਿਸ ਨੂੰ ਕਹਿ ਦਿੱਤਾ ਧਰਨਾ ਚੁੱਕਣ ਵਾਸਤੇ ਔਰ ਸਾਡੇ ਜਥੇਬੰਦੀਆਂ ਜਿਹੜੇ ਉੱਥੇ ਆਗੂ ਬੈਠੇ ਨੇ ਉਹ ਬੜੇ ਸਿਆਣੇ ਨੇ ਔਰ ਨਿਭਾ ਰਹੇ ਨੇ ਆਪਣੀ ਜਥੇਬੰਦੀ ਦਾ ਜਿਵੇਂ ਜਿਵੇਂ ਮਗਰ ਪਬਲਿਕ ਜਾਈ ਜਾਂਦੀ ਹੈ। ਔਰ ਧਰਨਾ ਜਿਹੜਾ ਚੁੱਕਣ ਦੀ ਗੱਲ ਕਰਦੀ ਆ ਸਰਕਾਰ, ਇਹ ਧਰਨਾ ਇਦਾਂ ਨਹੀਂ ਚੁੱਕਿਆ ਜਾਣਾ। ਧਰਨਾ ਚੁੱਕਣ ਵਾਸਤੇ ਤੇ ਬੜੀਆਂ ਸਰਕਾਰਾਂ ਦੇ ਅੱਗੇ ਵੀ ਵਿਉਂਤਬੰਦੀ ਬਣਾਈ ਔਰ ਇਹ ਧਰਨੇ ਨੂੰ ਫੇਲ ਕਰਨ ਵਾਸਤੇ ਵੀ ਸਰਕਾਰ ਨੇ ਆਪਣੀ ਸਿਆਸਤ ਵਿੱਚ ਰਸੀ ਔਰ ਅੰਦੋਲਨ ਨੂੰ ਚਾਹੁੰਦੀ ਕਿ ਖਰਾਬ ਕਰੇ ਔਰ ਸਰਕਾਰ ਨੇ ਕੀਤਾ ਵੀ। ਔਰ ਮੈਂ ਸਮਝਦਾ ਕਿ ਜਿਹੜਾ ਧਰਨਾ ਚੁਕਾਉਣ ਵਾਸਤੇ ਸਰਕਾਰ ਨੇ ਪਹਿਲਾਂ ਦੇ 26 ਜਨਵਰੀ ਵਾਲਾ ਦਿਨ ਜਿਹੜਾ ਇਹਨਾਂ ਨੇ ਮਿਥਿਆ ਸੀ, ਉਹਦੇ ਮੁਤਾਬਕ ਕੁਝ ਐਸੇ ਸ਼ਰਾਰਤੀ ਅਨਸਰ ਵਿੱਚ RRS ਦੇ ਜਿਹੜੇ ਇਹਨਾਂ ਸਿੱਖ ਦੇ ਵਿੱਚ ਵੀ ਪਗੜੀ ਦੇ ਵਿੱਚ ਲਾ ਲਓ ਜਾਂ ਸਿੱਖੀ ਧਾਰਮਿਕ ਦੇ ਵਿੱਚ ਲਾ ਲਓ, ਇਹਨਾਂ ਵਿੱਚ ਆਪਣੇ ਬੰਦੇ ਅਨਸਰ ਭੇਜੇ ਔਰ ਕਈ ਇਹੋ ਜਿਹੇ ਸ਼ਰਾਰਤੀ ਅਨਸਰ ਹੋਰ ਵੀ ਭੇਜੇ ਔਰ ਇਹਨਾਂ ਲਾਲ ਕਿਲ੍ਹੇ 'ਤੇ ਜਿਹੜਾ ਝੰਡੇ ਦੀ ਅਣਖੇਧੀ ਕੀਤੀ ਔਰ ਇਹ ਸਰਕਾਰਾਂ ਕਹਿ ਰਹੀਆਂ ਕਿ ਸਿੱਖਾਂ ਨੇ ਲਾਲ ਕਿਲ੍ਹੇ 'ਤੇ ਆਣ ਕੇ ਝੰਡਾ ਚੜ੍ਹਾ ਦਿੱਤਾ। ਔਰ ਮੈਂ ਸਮਝਦਾ ਕਿ ਜਿਹੜੇ ਬੰਦੇ ਸ਼ਰਾਰਤੀ ਸੀ ਔਰ ਉਹ ਲਾਲ ਕਿਲ੍ਹੇ ਵੱਲ ਨੂੰ ਚਲੇ ਗਏ ਔਰ ਜਿਹੜੀਆਂ ਸਾਡੀਆਂ ਜਥੇਬੰਦੀਆਂ ਸੀ ਉਹਨਾਂ ਦੇ ਅੱਗੇ ਤੇ ਪ੍ਰਸ਼ਾਸਨ ਨੇ ਬੈਰੀਕੇਡਿੰਗ ਕੀਤੀ ਸੀ ਔਰ ਉਹ ਬੈਰੀਕੇਡਿੰਗ ਤੋੜ ਰਹੇ ਆ ਔਰ ਉੱਥੇ ਲਾਠੀ ਚਾਰਜ ਹੋ ਰਿਹਾ ਉਹਨਾਂ ਦੇ ਉੱਪਰ। ਔਰ ਜਿਹੜੇ ਬੰਦੇ ਜਿਹੜਾ ਸਾਨੂੰ ਰੋਡ ਦਿੱਤਾ, ਆਪਾਂ ਟਰੈਕਟਰ ਮਾਰਚ ਉਹ ਰੋਡ 'ਤੇ ਕਰ ਰਹੇ ਆ, ਉਹਦੇ 'ਤੇ ਬੈਰੀਕੇਡਿੰਗ ਔਰ ਜਿਹੜਾ ਲਾਲ ਕਿਲ੍ਹੇ ਵੱਲ ਰਸਤਾ ਜਾਂਦਾ ਉਹ ਪ੍ਰਸ਼ਾਸਨ ਦੀ ਆਪਣੀ ਚਾਲ ਹੀ ਔਰ ਚਾਲ ਮੁਤਾਬਕ ਉਹਨਾਂ ਨੇ ਆਪਣੇ ਬੰਦੇ ਜਿਹੜੇ ਸ਼ਰਾਰਤੀ ਅਨਸਰ ਸੀ ਉਹ ਲਾਲ ਕਿਲ੍ਹੇ ਦੇ ਅੰਦਰ ਕਿੱਦਾਂ ਐਂਟਰ ਹੋ ਗਏ ਔਰ ਲਾਲ ਕਿਲ੍ਹੇ ਦਾ ਜਿਹੜਾ ਦਰਵਾਜ਼ਾ ਆ ਜੇ ਉਹ ਬੰਦ ਕੀਤਾ ਹੋਵੇ ਉਹ ਤੇ ਅਸੀਂ ਜਾਂ ਟੈਂਕਾਂ ਨਾਲ ਜਾਂ ਤੋਪਾਂ ਨਾਲ ਤੋੜ ਸਕਦੇ ਹਾਂ ਤਾਂ ਅੰਦਰ ਦਾਖਲ ਹੋ ਸਕਦੇ ਹਾਂ। ਇਵੇਂ ਦੇ ਲਾਲ ਕਿਲ੍ਹੇ ਦੇ ਅੰਦਰ ਕੋਈ ਵੀ ਦਾਖਲ ਨਹੀਂ ਹੋ ਸਕਦਾ। ਔਰ ਥੋੜ੍ਹੀ ਦੇਰ ਪਹਿਲਾਂ ਉੱਥੋਂ ਪ੍ਰਧਾਨ ਮੰਤਰੀ ਸਾਹਿਬ ਹੋ ਕੇ ਗਏ ਹੋਣ ਤੇ ਇੰਨਾ ਪ੍ਰਸ਼ਾਸਨ ਹੋਵੇ ਔਰ ਲਾਲ ਕਿਲ੍ਹੇ ਦੇ ਵਿੱਚ ਐਦਾਂ ਮੰਨ ਲਓ ਸਿੱਖ ਕਹਿ ਦਈਏ ਕਿ ਜਾ ਕੇ ਅੰਦਰ ਦਾਖਲ ਹੋ ਗਏ ਔਰ ਸ਼ਰਾਰਤੀ ਅਨਸਰ ਹੀ RRS ਦੇ BJP ਦੇ ਬੰਦੇ ਔਰ ਉਹ ਦਾਖਲ ਹੋਏ ਔਰ ਉਹਨਾਂ ਨੇ ਜੋ ਕੀਤਾ ਵੀ ਝੰਡਾ ਚੜ੍ਹਾ ਦਿੱਤਾ ਲਾਲ ਕਿਲ੍ਹੇ ਦੇ ਉੱਪਰ। ਅੱਜ ਗੋਦੀ ਮੀਡੀਆ ਸਭ ਕੁਝ ਇਹ ਦੱਸ ਰਿਹਾ ਕਿ ਖਾਲਿਸਤਾਨੀ ਆ ਗਏ, ਇਹਨਾਂ ਝੰਡਾ ਚੜ੍ਹਾ ਦਿੱਤਾ। ਅਸੀਂ ਸਮਝਦੇ ਹਾਂ ਕਿ ਝੰਡਾ ਉਹਨਾਂ ਸ਼ਰਾਰਤੀ ਅਨਸਰਾਂ ਨੇ ਚੜ੍ਹਾ ਕੇ ਚਲੇ ਗਏ ਔਰ ਸਰਕਾਰ ਨੇ ਉਹਨਾਂ ਨੂੰ ਕਿੱਦਾਂ ਕੱਢਿਆ ਔਰ ਜਿਹੜੀਆਂ ਸਾਡੀਆਂ ਜਥੇਬੰਦੀਆਂ ਸੀ ਉਹਨਾਂ ਨੇ ਤੇ ਆਪਣੇ ਜਥੇਬੰਦੀਆਂ ਮੁਤਾਬਕ ਸੁਨੇਹਾ ਲਾ ਦਿੱਤਾ ਕਿ ਵਾਪਸ ਬਾਰਡਰ 'ਤੇ ਆ ਜਾਓ। ਸਾਡੀ ਜਥੇਬੰਦੀਆਂ ਦੇ ਜਿਹੜੀ ਵਿਉਂਤ ਸੀ ਉਹ ਫਿਰ ਵਾਪਸ ਬਾਰਡਰਾਂ 'ਤੇ ਉੱਦਾਂ ਹੀ ਪਰਤ ਗਈ ਔਰ ਜਿਹੜੇ ਸ਼ਰਾਰਤੀ ਅਨਸਰ ਸੀ ਉੱਥੇ ਅੰਦਰ ਹੀ। ਉਹਨਾਂ ਤੋਂ ਬਾਅਦ ਪ੍ਰਸ਼ਾਸਨ ਨੇ ਉਹਨਾਂ ਨੂੰ ਕਿੱਥੇ ਖੜਿਆ, ਕਿੱਦਾਂ ਕੱਢਿਆ, ਉਹ ਪ੍ਰਸ਼ਾਸਨ ਦੀ ਆਪਣੀ ਹੀ ਔਰ ਪ੍ਰਸ਼ਾਸਨ ਨੇ ਬਾਅਦ ਦੇ ਵਿੱਚ ਕਾਫੀ ਦਬਾਅ ਪਾਇਆ ਜਿਹੜਾ ਬਾਰਡਰਾਂ ਦੇ ਉੱਪਰ ਕੇ ਧਰਨੇ ਉਠਾ ਦੇਣੇ ਆ। ਔਰ ਜਿਹੜੇ ਸਾਡੇ ਆਗੂ ਬੈਠੇ ਨੇ ਬਿਲਕੁਲ ਸ਼ਾਂਤਮਈ ਤਰੀਕੇ ਦੇ ਨਾਲ ਉੱਥੇ ਧਰਨਾ ਦੇ ਰਹੇ ਆ ਔਰ ਕੋਈ ਖੂਨ ਖਰਾਬਾ ਨਹੀਂ ਹੋ ਰਿਹਾ ਉਹਨਾਂ ਦੇ ਵਿੱਚ, ਨਾ ਕੋਈ ਕਰਨਾ ਚਾਹੁੰਦੇ ਆ ਉਹ। ਔਰ ਪ੍ਰਸ਼ਾਸਨ ਹੀ ਇਹੋ ਜਿਹੀਆਂ ਅਨਕਾਨੂੰਨੀ ਹਰਕਤਾਂ ਕਰ ਰਿਹਾ ਜਿਹੜੀਆਂ ਬਾਰ-ਬਾਰ ਦਿਖਾਈਆਂ ਜਾ ਰਹੀਆਂ ਔਰ ਅਸੀਂ ਉਹਨੂੰ ਇਹ ਸਮਝਦੇ ਹਾਂ ਕਿ ਜਿਹੜਾ ਇਹ ਧਰਨਾ ਵਾ ਇਹ ਧਰਨਾ ਇਦਾਂ ਨਹੀਂ ਉੱਠੇਗਾ। ਇਹ ਧਰਨੇ ਨੂੰ ਹੋਰ ਜੋਸ਼ ਵਧੂਗਾ ਜਦੋਂ ਪ੍ਰਸ਼ਾਸਨ ਕਹੂਗਾ ਨਾ ਇਹ ਧਰਨੇ ਨੂੰ ਉਠਾਉਣਾ
ਤੇ ਪਿੰਡਾਂ ਦੇ ਵਿੱਚੋਂ ਆਪ ਮੁਹਾਰੇ ਲੋਕ ਜਿਹੜੇ ਆ ਨਾ ਉਹ ਰਾਤ ਦੇ ਵੀ ਕਈ ਚਲੇ ਗਏ, ਔਰ ਪੰਜਾਬ ਤੋਂ ਕਈ ਇਹੋ ਜਿਹੇ ਜਿਹੜੇ ਨੌਜਵਾਨ ਵੀਰ ਆ ਔਰ ਬਜ਼ੁਰਗ ਆ ਉਹ ਰਾਤ ਦੇ ਤਿਆਰੀ ਕੱਸੀ ਬੈਠੇ ਆ ਕਿ ਜਥੇਬੰਦੀ ਦਾ ਕਦੋਂ ਸੁਨੇਹਾ ਆਉਂਦਾ, ਆਪਾਂ ਦਿੱਲੀ ਵੱਲ ਨੂੰ ਗੂੰਜ ਕਰੀਏ ਫਿਰ। ਔਰ ਜਿਹੜੇ ਉੱਥੋਂ ਵੀਰ ਆਏ ਆ ਪ੍ਰਸ਼ਾਸਨ ਨੇ ਬੜਾ ਦਿਖਾਇਆ ਕਿ ਸਾਰੇ ਭੱਜ ਗਏ ਜੀ 26 ਤਰੀਕ ਤੋਂ ਬਾਅਦ, ਖੱਲਰ ਪੈਣ ਤੋਂ ਬਾਅਦ। ਔਰ ਉਹ ਮੇਰੇ ਵੀਰ ਉਹ ਗਏ ਸੀ ਜਿਹੜੇ 26 ਦੀ ਕਾਲ ਕਰਕੇ ਹੀ ਗਏ ਸੀ। ਔਰ ਜਿਹੜੇ ਜਥੇਬੰਦੀ ਦੇ ਨਾਲ ਹੈ ਨਾ ਉਹ ਜਥੇਬੰਦੀ ਦੇ ਅਧੀਨ ਚੱਲਦੇ ਆ, ਉਹਨਾਂ ਨੂੰ ਪਤਾ ਹੈ ਕਿ ਜਦੋਂ ਸਾਨੂੰ ਕਾਲ ਆਉਣੀ ਆਪਾਂ ਉਦੋਂ ਜਾਣਾ। ਸ਼ਾਮ 7 ਵਜੇ ਦੀ ਕਾਲ ਹੈਗੀ ਆ, ਕੀ ਲੱਗਦਾ ਉੱਥੇ ਮਾਹੌਲ ਖਰਾਬ ਤਾਂ ਨਹੀਂ ਹੋਊਗਾ? ਨਹੀਂ ਜੀ, ਇਹੋ ਜਿਹਾ ਤੇ ਸਾਨੂੰ ਕੋਈ ਲੱਗਦਾ ਨਹੀਂ ਕਿ ਜਿਹੜਾ ਮਾਹੌਲ ਉੱਥੇ ਖਰਾਬ ਹੋਊਗਾ। ਬਿਲਕੁਲ ਸ਼ਾਂਤਮਈ ਤਰੀਕੇ ਦੇ ਨਾਲ ਸਾਡੇ ਕਿਸਾਨ ਆਗੂਆਂ ਵੱਲੋਂ ਧਰਨਾ ਦਿੱਤਾ ਜਾ ਰਿਹਾ। ਔਰ ਜਿਹੜੇ ਕਿਸਾਨ ਵੀ ਗਏ ਆ ਵੀਰ, ਉਹ ਆਪਣੀਆਂ ਵਲੰਟੀਅਰ ਉੱਥੇ ਉਹ ਵੀ ਡਿਊਟੀਆਂ ਨੂੰ ਸਮਝਦੇ ਹੋਏ ਸ਼ਾਂਤਮਈ ਤਰੀਕੇ ਦੇ ਨਾਲ ਹੀ ਧਰਨਾ ਦੇਣਗੇ। ਔਰ ਜੇ ਪ੍ਰਸ਼ਾਸਨ ਲਾਠੀ ਚਾਰਜ ਵੀ ਕਰਦਾ ਤੇ ਅਸੀਂ ਤਾਂ ਵੀ ਸ਼ਾਂਤਮਈ ਤਰੀਕੇ ਦੇ ਨਾਲ ਬੈਠੇ ਉੱਥੇ ਧਰਨਾ ਦੇਵਾਂਗੇ। ਔਰ ਪ੍ਰਸ਼ਾਸਨ ਦੀ ਭੇਟ ਚੜ੍ਹਨਾ ਪਊਗਾ ਤੇ ਅਸੀਂ ਤਾਂ ਵੀ ਚੜ੍ਹ ਜਾਵਾਂਗੇ, ਪਰ ਕੋਈ ਇਹੋ ਜਿਹਾ ਕਿਸਾਨਾਂ ਵੱਲੋਂ ਕੋਈ ਨਹੀਂ ਹੋਏਗਾ ਕਿ ਜਿਹੜਾ ਮੰਨ ਲਓ ਅੱਗੋਂ ਕੋਈ ਅਣਖੂੰਦੀ ਹਰਕਤ ਹੋਵੇ। ਅੱਛਾ, ਤੁਹਾਡਾ ਕੀ ਕਹਿਣਾ ਜੀ ਇਹਦੇ ਬਾਰੇ? ਦੇਖੋ ਜੀ, ਇਹ ਤੇ ਅਸੀਂ ਤੇ ਹਮੇਸ਼ਾ ਹੀ ਸ਼ਾਂਤੀ ਦੇ ਪੁਜਾਰੀ ਹਾਂ। ਅਸੀਂ ਤੇ ਕਹਿੰਦੇ ਆ ਵੀ ਸ਼ਾਂਤੀ ਰਵੇ। ਬਾਕੀ ਜਿਹੜੀ ਗੱਲ ਉੱਥੋਂ ਧਰਨੇ ਉਠਾਉਣ ਦੀ ਹੈ, ਜੇ ਸਰਕਾਰ ਚਾਹੁੰਦੀ ਹੈ ਕਿ ਧਰਨੇ ਇੱਥੋਂ ਉੱਠ ਜਾਣ ਤੇ ਸਾਡੇ ਜਿਹੜੇ ਕਾਲੇ ਕਾਨੂੰਨ ਰੱਦ ਕਰ ਦੇਵੇ, ਅਸੀਂ ਕਿਉਂ ਬੈਠੀਏ ਉੱਥੇ? ਅਸੀਂ ਜਾਣ ਨੂੰ ਤਿਆਰ ਹਾਂ, ਪਰ ਜਦ ਤੱਕ ਇਹ ਕਾਲੇ ਕਾਨੂੰਨ ਰੱਦ ਨਹੀਂ ਕਰਦੇ ਤਬ ਤੱਕ ਅਸੀਂ ਉੱਥੇ ਬਿਲਕੁਲ ਸਥਿਰ ਹਾਂ, ਪੱਕੇ ਹਾਂ। ਹਾਂ, ਇੱਕੋ ਹੀ ਹਾਲ ਵਾ ਵੀ ਜਿਹੜਾ ਇਹ ਸਾਡੇ ਕਾਨੂੰਨ ਰੱਦ ਕਰ ਦੇਵੇ ਅਸੀਂ ਜਾਣ ਨੂੰ ਤਿਆਰ। ਅਸੀਂ ਅੱਜ ਕਰ ਦੇਵੇ ਅਸੀਂ ਸਵੇਰੇ ਚਲਾ ਜਾਵਾਂਗੇ, ਸ਼ਾਮ ਨੂੰ ਚਲੇ ਜਾਵਾਂਗੇ ਉੱਥੋਂ। ਬਾਕੀ ਸਾਨੂੰ ਕੋਈ ਸ਼ੌਂਕ ਨਹੀਂ ਉੱਥੇ ਬਹਿਣ ਦਾ। ਸਵੇਰ ਦੀਆਂ ਸੁਰਖੀਆਂ ਸੀਗੀਆਂ, ਹੁਣ ਅਕਾਲੀ ਦਲ ਵੀ ਜਿਹੜੀ ਹੈਗੀ ਵਿੱਚ ਉੱਠਣੀ ਸ਼ੁਰੂ ਹੋ ਗਈ ਹੈ, ਉਹਦੇ ਬਾਰੇ ਤੁਸੀਂ ਕੀ ਕਹੋਗੇ? ਦੇਖੋ ਜੀ, ਇਹ ਤੇ ਹੁਣ ਰਾਜਨੀਤਿਕ ਪਾਰਟੀਆਂ ਦਾ ਹੈਗਾ ਵਾ, ਉਹ ਆਪੋ ਆਪਣੇ ਤੌਰ ਤੇ ਵਿੱਚ ਰੋਲ ਅਦਾ ਕਰਦੀਆਂ ਨੇ। ਪਰ ਜਿੱਥੋਂ ਤੱਕ ਇਹ ਕਿਸਾਨੀ ਮੁੱਦਾ ਹੈ, ਇਹ ਨਿਰਪੱਖ ਹੈ। ਇਹਦੇ ਵਿੱਚ ਕੋਈ ਰਾਜਨੀਤਿਕ ਕੋਈ ਹਰਕਤ ਅਸੀਂ ਵੀ ਨਹੀਂ ਚਾਹੁੰਦੇ ਕੋਈ ਹੋਵੇ। ਅਕਾਲੀ ਦਲ ਜਿਹੜਾ ਉਹ ਆਪਣਾ ਰੋਲ ਆਪਣੇ ਤੌਰ ਤੇ ਕਰਦਾ ਹੈ। ਸਾਨੂੰ ਉਹਦੇ ਵਿੱਚ ਜ਼ਿਆਦਾ ਕਹਿਣ ਦੀ ਲੋੜ ਨਹੀਂ। ਅਸੀਂ ਉਹਨਾਂ ਨੂੰ ਆਪਣੇ ਵਿੱਚ ਨਹੀਂ ਇਸ ਗੱਲ ਦੀ ਆਗਿਆ ਦਿੰਦੇ ਕਿ ਸਾਡੇ ਜਾਣ ਕੇ ਤੁਸੀਂ ਮਿਕਸ ਹੋ ਦਿਓ ਸਾਡੀ, ਜਾਂ ਸਾਨੂੰ ਤੁਹਾਡੀ ਸਪੋਰਟ ਹੈ, ਇਹੋ ਜਿਹੀ ਕੋਈ ਗੱਲ ਨਹੀਂ। ਉਹ ਆਪਣੇ ਤੌਰ ਤੇ ਆਪਣਾ ਰੋਲ ਅਦਾ ਕਰ ਰਿਹਾ ਵਾ ਤੇ ਅਸੀਂ ਨਹੀਂ ਚਾਹੁੰਦੇ ਸਾਡੇ 'ਚੋਂ ਇੰਟਰਫੇਅਰ ਕਰੇ ਕੋਈ ਵੀ ਪੋਲੀਟੀਕਲ ਪਾਰਟੀ, ਚਾਹੇ ਉਹ ਕਾਂਗਰਸ ਹੋਵੇ, ਚਾਹੇ ਉਹ ਅਕਾਲੀ ਦਲ ਹੋਵੇ ਜਾਂ ਕੋਈ ਹੋਰ ਹੋਵੇ। ਅਸੀਂ ਕਿਸਾਨੀ ਮੁੱਦੇ ਦੇ ਬੇਸ 'ਤੇ ਲੜ ਰਹੇ ਹਾਂ ਔਰ ਸਾਡਾ ਇੱਕੋ ਹੀ ਏਮ ਹੈ ਕਿ ਕਾਲੇ ਕਾਨੂੰਨ ਰੱਦ ਹੋਣ। ਸੋ ਇਹ ਹੈ, ਇਹੀ ਮੇਰਾ ਕਹਿਣਾ ਹੈ ਕਿ ਰੱਦ ਹੋਣ ਤਾਂ ਆਪਾਂ ਇੱਥੋਂ ਚੱਲੀਏ। ਕੀ ਲੱਗਦਾ ਇਹ ਸੰਘਰਸ਼ ਹੁਣ ਕਿੱਥੇ ਤੱਕ ਜਾਏਗਾ? ਦੇਖੋ ਜੀ, ਇਸ ਨੂੰ ਕਹਿਣਾ ਤੇ ਕਿੱਥੋਂ ਤੱਕ ਜਾਊਗਾ ਸੰਘਰਸ਼, ਇਹ ਤਾਂ ਸਰਕਾਰ ਦੇ ਹੱਥ ਵਿੱਚ ਹੈ। ਅਸੀਂ ਤਾਂ ਕਹਿੰਦੇ ਸਾਡਾ ਸਵੇਰੇ ਫੈਸਲਾ ਕਰ ਦੇਵੇ ਤੇ ਅਸੀਂ ਚਲੇ ਜਾਈਏ, ਅਦਰਵਾਈਜ਼ ਨਹੀਂ ਕਰਦਾ ਫੈਸਲਾ ਤੇ ਜਦ ਤੱਕ ਸਾਡੀਆਂ ਇਹ ਮੰਗਾਂ, ਕਾਲੇ ਕਾਨੂੰਨ ਦੀਆਂ ਮੰਗਾਂ ਰੱਦ ਨਹੀਂ ਹੁੰਦੀਆਂ, ਤਦ ਤੱਕ ਅਸੀਂ ਇੱਥੇ ਡਟੇ ਪਏ ਹਾਂ। ਬੇਸ਼ੱਕ ਸਾਨੂੰ ਇਹ ਸੰਘਰਸ਼ ਹੋਰ ਵੀ ਤੇਜ਼ ਕਰਨੇ ਪੈਣ ਤੇ ਅਸੀਂ ਕਰਾਂਗੇ, ਕਿਉਂਕਿ ਸਾਡਾ ਇੱਕੋ ਜਿਹੜੀ ਸਾਡੀ ਇਹ ਜ਼ਮੀਨ ਹੈ, ਇਹੋ ਹੀ ਹੈ ਇਸ ਦੇਸ਼ ਦਾ ਜਿਹੜਾ ਮੇਨ ਆਧਾਰ ਹੁੰਦਾ ਹੈ। ਸਭ ਨੂੰ ਰਾਸ਼ਨ ਪਾਣੀ ਦੇਣ ਵਾਲੀ ਇਹ ਜ਼ਮੀਨ ਹੈ। ਸੋ ਸਾਡੇ ਨਾਲ ਸਾਡਾ ਬੜਾ ਇਹ ਧਰਤੀ ਨਾਲ ਮੋਹ ਹੈ। ਮਾਂ, ਜੇ ਤੁਸੀਂ ਧਰਤੀ ਮਾਂ ਕਹਿੰਦੇ ਆ, ਸੋ ਇਹ ਸਾਨੂੰ ਕੋਈ ਨਿਖੇੜ ਨਹੀਂ ਸਕਦਾ ਅੱਜ ਤੱਕ। ਤੇ ਸਾਡਾ ਇਹੀ ਏਮ ਹੈ ਕਿ ਅਸੀਂ ਇਹ ਕਾਲੇ ਕਾਨੂੰਨ ਰੱਦ ਕਰਨੇ ਆ। ਜਦ ਤੱਕ ਨਹੀਂ ਕਾਲੇ ਕਾਨੂੰਨ ਰੱਦ ਕਰਦੇ, ਬੇਸ਼ੱਕ ਸਾਨੂੰ ਅਗਲੀਆਂ ਇਲੈਕਸ਼ਨਾਂ ਤੱਕ ਵੀ ਇੱਥੇ ਬੈਠਣਾ ਪਏ, ਅਸੀਂ ਬੈਠਾਂਗੇ। ਸੋ ਇਹੀ ਕਹਿਣਾ ਮੇਰਾ। ਸੋ ਇਹ ਸੀਗੇ ਕਿਸਾਨ ਵੀਰ ਜਿਹੜੇ ਕਿ ਗੁਰੂ ਕੀ ਜੰਡਿਆਲ ਧਰਤੀ ਤੇ 129 ਦਿਨ ਹੋ ਗਏ ਇਹਨਾਂ ਨੂੰ ਬੈਠਿਆਂ। ਇਹਨਾਂ ਦਾ ਵੀ ਇਹੀ ਕਹਿਣਾ, ਭਾਵੇਂ ਕਿ ਕਿਸਾਨੀ ਧਰਨੇ ਨੂੰ ਢਾਹ ਜ਼ਰੂਰ ਵੱਜੀ ਸੀ, ਪਰ ਹੁਣ ਉਹ ਸੰਭਲ ਗਿਆ ਹੈ ਔਰ ਪੂਰੇ ਜ਼ੋਰ ਸ਼ੋਰ ਨਾਲ ਹੁਣ ਅੱਗੇ ਵਧੇਗਾ, ਪਰ ਵਧੇਗਾ ਸ਼ਾਂਤਮਈ ਤਰੀਕੇ ਨਾਲ। ਔਰ ਇਹਨਾਂ ਦਾ ਜਿਹੜਾ ਕਹਿਣਾ ਆ ਕਿ ਇਹ ਭਾਵੇਂ ਇਹਨਾਂ ਨੂੰ ਅੱਗੇ ਸਿਰ ਕਰਨੇ ਪੈ ਜਾਣ, ਸਰਕਾਰਾਂ ਭਾਵੇਂ ਲਾਠੀਆਂ ਚਾਰਜ ਕਰਨ ਜਾਂ ਜੋ ਮਰਜ਼ੀ ਕਰਨ, ਇਹ ਸ਼ਾਂਤਮਈ ਤਰੀਕੇ ਨਾਲ ਉਹ ਸਾਰਾ ਕੁਝ ਝੱਲ ਲੈਣਗੇ। ਪਰ ਇਹ ਧਰਨਾ ਸਮਾਪਤ ਉਦੋਂ ਹੀ ਹੋਏਗਾ ਜਦੋਂ ਇਹ ਕਾਲੇ ਕਾਨੂੰਨ ਵਾਪਸ ਹੋਣਗੇ। ਮੈਂ ਨੀਰਜ, ਕੈਮਰਾਮੈਨ ਚਿਰਾਗ ਦੇ ਨਾਲ, ਸਾਂਝਾ ਮੁੱਦਾ। ਸਤਿ ਸ਼੍ਰੀ ਅਕਾਲ ਜੀ ਦੋਸਤੋ, ਮੈਂ ਤੁਹਾਡਾ ਆਪਣਾ ਨਿਰਮਲ ਸਿੱਧੂ। ਦੋਸਤੋ, ਸੱਚੀਆਂ ਤੇ ਖਰੀਆਂ ਖਬਰਾਂ ਸੁਣਨ ਵਾਸਤੇ ਸਾਂਝਾ ਮੁੱਦਾ ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਕਰੋ, ਕਮੈਂਟ ਕਰੋ। ਥੈਂਕ ਯੂ ਵੈਰੀ ਮਚ।